ਮਨੀਸ਼ ਸਿਸੋਦੀਆ ਦੀ ਤਾਂ ਉਹ ਦਿੱਲੀ ਦੇ ਉਪ ਮੁੱਖ ਮੰਤਰੀ ਨੇ ਜਿਨ੍ਹਾਂ ਦੇ ਘਰੇ ਸੀਬੀਆਈ ਵੱਲੋਂ ਰੇਡ ਮਾਰੀ ਗਈ। ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਇਹ ਗੱਲ ਕਹਿੰਦੇ ਆ ਕਿ ਅਸੀਂ ਸਿੱਖਿਆ ਦੇ ਵਿੱਚ ਨੰਬਰ ਮਾਡਲ ਬਣਾਤਾ, ਜਿਹਦੇ ਕਰਕੇ ਸਾਡੇ ਤੇ ਇਹ ਮਨੀਸ਼ ਸਿਸੋਦੀਆ ਤੇ ਕਾਰਵਾਈ ਹੋਈ ਹੈ। ਅਸੀਂ ਸਵਾਗਤ ਕਰਦੇ ਹਾਂ, ਸਹਿਯੋਗ ਦੇਵਾਂਗੇ। ਜਦੋਂ ਸੀਬੀਆਈ ਨੇ ਜਾਂਚ ਮੁਕੰਮਲ ਕਰ ਲਈ ਉਸ ਤੋਂ ਬਾਅਦ ਪਤਾ ਲੱਗੇਗਾ ਕਿਹਦੀ ਕਿਹੜੀ ਭੂਮਿਕਾ ਹੈ। ਕੇਜਰੀਵਾਲ ਸਾਹਿਬ ਸੱਚ ਬੋਲਦੇ ਆ, ਖਹਿਰਾ ਸਾਹਿਬ ਸੱਚ ਬੋਲਦੇ ਆ, ਮਜੀਠੀਆ ਸਾਹਿਬ ਸੱਚ ਬੋਲਦੇ ਆ ਤੇ ਜਾਂ ਸਿਸੋਦੀਆ ਸਾਹਿਬ ਸੱਚ ਬੋਲਦੇ ਨੇ। ਦਿੱਲੀ ਦੇ ਆਧਾਰ ਤੇ ਹੀ ਜਿਹੜੀ ਪੰਜਾਬ ਦੇ ਵਿੱਚ ਵੀ ਸ਼ਰਾਬ ਦੀ ਨੀਤੀ ਜਿਹੜੀ ਢਿੱਲੋਂ ਸਾਹਿਬ ਕਹਿੰਦੇ ਲਾਗੂ ਕੀਤੀ ਗਈ। ਹੁਣ ਤੱਕ ਭਗਵੰਤ ਮਾਨ ਕਾਰਪੋਰੇਸ਼ਨ ਦੀ ਹਮਾਇਤ ਕਰਦੇ ਸੀ ਕਿ ਕਾਰਪੋਰੇਸ਼ਨ ਦਿੱਲੀ ਦੇ ਵਿੱਚ ਕੋਈ ਹੇਰਾਫੇਰੀ ਨਹੀਂ ਹੁੰਦੀ ਤੇ ਵੱਡੇ ਕਾਰੋਬਾਰੀਆਂ ਨੂੰ ਫਾਇਦਾ ਦੇਣ ਵਾਸਤੇ ਇਹ ਨੀਤੀ 'ਚ ਤਬਦੀਲੀ ਕੀਤੀ ਗਈ ਸੀ। ਤੇ ਪੰਜਾਬ ਵਾਲੇ ਕਹਿੰਦੇ ਆ ਕਿ ਅਸੀਂ ਦੇਖੋ ਜੇ ਨੀਤੀ ਵਿੱਚ ਤਬਦੀਲੀ ਕੀਤੀ ਹੈ ਪੰਜਾਬ ਦੀ ਵਿੱਚ ਤਾਂ 9600 ਕਰੋੜ ਰੁਪਏ ਦੀ ਮਾਲੀਆ ਸਾਨੂੰ ਮਿਲੇਗਾ। ਦੂਜੇ ਪਾਸੇ ਪੰਜਾਬ ਦੇ ਕੁਝ ਕਾਰੋਬਾਰੀ ਇਹ ਮਾਮਲੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ 'ਚ ਵੀ ਚਲੇ ਗਏ ਨੇ। ਜੀਰੇ 'ਚ ਲੱਗੀ ਸ਼ਰਾਬ ਦੀ ਫੈਕਟਰੀ ਦਾ ਉਸ ਨੂੰ ਬੰਦ ਕਰਵਾਉਣ ਦੇ ਲਈ ਲਗਾਤਾਰ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਉੱਥੇ ਅੱਜ ਰਾਜ ਸਭਾ ਮੈਂਬਰ ਜਿਹੜੇ ਸੰਤ ਸੀਚੇਵਾਲ ਪਹੁੰਚੇ। ਸੰਤ ਬਲਵੀਰ ਸਿੰਘ ਸੀਚੇਵਾਲ ਤਾਂ ਇਸ ਪਾਸੇ ਵੱਲ ਕੰਮ ਕਰਦੇ ਆ ਤੇ 5 ਮਹੀਨਿਆਂ ਦੇ ਵਿੱਚ ਜਿਹੜੇ ਕਹਿੰਦੇ ਸੀ ਅਸੀਂ ਬਦਲਾਅ ਲਿਆਉਣਾ ਹੈ, ਇਹਨਾਂ ਨੇ ਕਾਰਵਾਈ ਹੁਣ ਤੱਕ ਕਿਉਂ ਨਾ ਕੀਤੀ। ਭਾਵੇਂ ਮਨੀਸ਼ ਸਿਸੋਦੀਆ ਸੀ, ਭਗਵੰਤ ਸਿੰਘ ਮਾਨ ਸੀ ਜਾਂ ਅਰਵਿੰਦ ਕੇਜਰੀਵਾਲ, ਇਹ ਪੰਜਾਬ ਦੇ ਵਿੱਚ ਆ ਕੇ ਭਾਸ਼ਣ ਦਿੰਦੇ ਸਨ ਕਿ ਸਾਡੀ ਸਰਕਾਰ ਦੇ ਵਿੱਚ ਕੋਈ ਧਰਨਾ ਮੁਜ਼ਾਹਰਾ ਨਹੀਂ ਹੋਵੇਗਾ। ਚਲੋ ਮੁਲਾਜ਼ਮਾਂ ਦੇ ਧਰਨੇ ਤਾਂ ਆਪਾਂ ਵੱਖਰੇ ਕਰ ਲਈਏ। ਸੰਜੇ ਪੋਪਲੀ ਪੀਸੀਐਸ ਤੋਂ ਆਈਏਐਸ ਬਣਿਆ ਸੀ ਤੇ ਸ਼ੁਰੂ ਤੋਂ ਹੀ ਚਰਚਾ 'ਚ ਰਿਹਾ। ਉਹ ਕਿਹਾ ਨਾ ਗੁਰਦਾਸ ਮਾਨ ਨੇ ਕਿ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ। ਜੀ, ਮੁੰਡਾ ਵੀ ਗਵਾ ਲਿਆ ਤੇ ਆਪ ਵੀ ਸ਼ਲਾਖਾਂ ਦੇ ਪਿੱਛੇ ਬੈਠਾ। 55 ਗਵਾਹ ਨੇ, 20 ਪੰਨਿਆਂ ਦੀ ਇਹ ਦੋਸ਼ ਪੱਤਰ ਆ ਜਿਹੜਾ ਚੌਕਸੀ ਪੁਲਿਸ ਨੇ ਅਦਾਲਤ ਦੇ ਵਿੱਚ ਦਾਇਰ ਕਰਤਾ। ਸੋ ਸਿਆਸਤਦਾਨ ਜੇ ਸਹੀ ਰੂਪ ਦੇ ਵਿੱਚ ਲੋਕਾਂ ਦੀ ਸੇਵਾ ਤੇ ਆਉਣ ਤਾਂ ਬਹੁਤ ਵੱਡੀ ਗੱਲ ਹੈ, ਪਰ ਸਿਆਸਤਦਾਨਾਂ ਨੇ ਲੋਕਾਂ ਨੂੰ ਛੱਡ ਕੇ ਆਪਣੇ ਘਰਾਂ ਨੂੰ ਭਰਨ ਵੱਧ ਤਰਜੀਹ ਦਿੱਤੀ ਹੈ। ਬਹੁ ਗਿਣਤੀ ਲੋਕਾਂ ਨੇ, ਜਿਹਦੇ ਕਰਕੇ ਇਹ ਸਾਰਾ ਸਰਮਾਇਆ ਜਿਹੜਾ ਪੰਜਾਬ ਦੇ ਖਜ਼ਾਨੇ 'ਚ ਜਾਣ ਦੀ ਥਾਂ ਤੇ ਇਹਨਾਂ ਦੀਆਂ ਗਾਗਰਾਂ 'ਚ ਜਾ ਰਿਹਾ ਜੀ। ਪਤੀ ਦੇ ਵਿਦੇਸ਼ ਜਾਣ ਤੋਂ ਬਾਅਦ ਜੇਕਰ ਪਤੀ ਵਾਪਸ ਨਹੀਂ ਆਉਂਦਾ ਤਾਂ ਉਸ ਦੀ ਪਤਨੀ ਦਾ ਜਿਹੜੀ ਉਸ ਦੀ ਜਾਇਦਾਦ ਤੇ ਪੂਰਾ ਹੱਕ ਹੋਵੇਗਾ, ਪਰ ਜੋ ਵਾਪਸ ਨਹੀਂ ਆਉਂਦਾ ਤਾਂ ਉਹਦੇ ਪਿਓ ਦੀ ਜਾਇਦਾਦ ਵੀ ਅਟੈਚ ਕਰਕੇ ਉਹਦੀ ਪਤਨੀ ਨੂੰ ਦਿੱਤੀ ਜਾ ਸਕਦੀ ਹੈ। ਇਹ ਵਾਤਾਵਰਣੀ ਪ੍ਰੇਮੀ ਦੀ ਤਾਂ ਉਸਨੇ ਚਿੱਟੇ ਦੀ ਪੁੜੀ ਖਰੀਦ ਕੇ ਜਿਹੜੀ ਵਿਧਾਇਕ ਦੇ ਦਫ਼ਤਰ ਦੇ ਵਿੱਚ ਪਹੁੰਚੇ ਨੇ। ਉਹ ਕਹਿੰਦੇ ਮੈਂ 500 ਰੁਪਏ 'ਚ ਖਰੀਦੀ ਹੈ ਤੇ ਜਿਹੜਾ ਬਾਬਾ ਬੁੱਢਾ ਗੇਟ ਹੈ ਉਹਦੇ ਕੋਲੇ ਸ਼ਰੇਆਮ ਦਵਾ ਇਹ ਲਈ ਜਾ ਸਕਦੀ ਹੈ। ਤੇ ਜਦੋਂ ਇਹ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦਫ਼ਤਰ ਦੇ ਵਿੱਚ ਇਹ ਪੁੜੀ ਲੈ ਕੇ ਜਾਂਦੇ ਨੇ ਤਾਂ ਇਹ ਗੱਲ ਕਹਿੰਦੇ ਜਿਹੜੀ ਸਰਕਾਰ ਦਾਅਵਾ ਕਰਦੀ ਹੈ ਕਿ ਅਸੀਂ ਆਹ ਕਰਤਾ ਚਿੱਟੇ ਦਾ, ਆਹ ਕਰਤਾ ਫਲਾਨਾ ਕਰਤਾ, ਢਿਮਕਾ ਕਰਤਾ, ਤੇ ਜਿਹੜੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਹੈ, ਇਸ ਪੁੜੀ ਨੇ ਵਾਤਾਵਰਣ ਪ੍ਰੇਮੀ ਗੁਰਮੀਤ ਸਿੰਘ ਦੀ ਨੇ ਸੰਤਰੀ ਤੋਂ ਲੈ ਕੇ ਐਸਐਸਪੀ ਤੱਕ ਸਾਰਿਆਂ ਨੂੰ ਕਟਹਿਰੇ 'ਚ ਖੜਾ ਕਰਤਾ ਕਿ ਜੇ ਸਿੰਥੈਟਿਕ ਦੀ ਥਾਂ ਤੇ ਇਹ ਰਵਾਇਤੀ ਜਿਹੜੇ ਸਾਡੇ ਬਹੁਤ ਅਫੀਮ ਹੈ, ਬਹੁਤ ਸਾਰੀਆਂ ਆਯੁਰਵੈਦਿਕ ਦੀਆਂ ਦਵਾਈਆਂ ਦੇ ਵਿੱਚ ਵਰਤੋਂ ਕੀਤੀ ਜਾਂਦੀ ਹੈ, ਜੇ ਇਹਨਾਂ ਦੇ ਠੇਕੇ ਖੋਲ੍ਹ ਦਿੱਤੇ ਜਾਣ ਤੇ ਮੈਂ ਸਮਝਦਾ ਇਦੋਂ ਦੁੱਗਣਾ ਮਾਲੀਆ ਇਹਦੇ ਤੋਂ ਆ ਜੇ, ਨਾਲੇ ਆ ਜਿਹੜਾ ਸਿੰਥੈਟਿਕ ਨਸ਼ਾ ਇਹਦਾ ਖਾਤਮਾ ਆਪਣੇ ਆਪ ਹੋ ਜੇ। ਕਦੇ ਦੇਖਿਆ ਜਿਹਨੇ ਭੁੱਕੀ ਦਾ ਚਮਚਾ ਲਾਇਆ ਤੇ ਰੂੜੀ ਤੇ ਡਿੱਗਿਆ ਪਿਆ ਹੋਵੇ, ਜਾਂ ਜਿਹਦੀ ਆ ਕਾਲੀ ਮਾਈ ਖਾ ਕੇ ਅੱਖ ਕਾਇਮ ਹੋਵੇ ਤੇ ਉਹ ਕਿਤੇ ਡਿੱਗਿਆ ਪਿਆ ਹੋਵੇ? ਨਹੀਂ, ਸਾਡੇ ਇਹ ਲੋਕ ਕੰਮ ਕਰਦੇ ਹੁੰਦੇ ਸੀ, ਮੈਨੂੰ ਯਾਦ ਹੈ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ ਇੱਕ ਮੇਰੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਵੱਖੋ ਵੱਖਰੇ ਮੁੱਦਿਆਂ ਤੇ ਚਰਚਾ ਕਰਦੇ ਹਾਂ। ਤੇ ਚਰਚਾ ਕਰਨ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ, ਉਹਨਾਂ ਦਾ ਸਵਾਗਤ ਕਰੀਏ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੇਕਰ ਗੱਲ ਕੀਤੀ ਜਾਵੇ ਮਨੀਸ਼ ਸਿਸੋਦੀਆ ਦੀ ਤਾਂ ਉਹ ਦਿੱਲੀ ਦੇ ਉਪ ਮੁੱਖ ਮੰਤਰੀ ਨੇ ਜਿਨ੍ਹਾਂ ਦੇ ਘਰੇ ਸੀਬੀਆਈ ਵੱਲੋਂ ਰੇਡ ਮਾਰੀ ਗਈ ਹੈ, ਜਿਸ ਨੂੰ ਲੈ ਕੇ ਲਗਾਤਾਰ ਜਿਹੜੀ ਦੇਸ਼ ਦੀ ਸਿਆਸਤ ਆ ਉਹ ਗਰਮਾਉਂਦੀ ਦਿਖਾਈ ਦੇ ਰਹੀ ਹੈ। ਜੀ ਦੇਖੋ, ਜਿਹੜੇ ਉੱਥੋਂ ਦੇ ਉਪ ਰਾਜਪਾਲ ਨੇ
ਉਹਨਾਂ ਨੇ ਇੱਕ ਸ਼ਿਕਾਇਤ ਕੀਤੀ ਹੈ ਕਿ ਜਿਹੜੀ ਇੱਥੋਂ ਦੀ ਆਬਕਾਰੀ ਨੀਤੀ ਹੈ ਇਹਦੇ ਵਿੱਚ ਬਹੁਤ ਵੱਡੇ ਓਹਲੇ ਨੇ ਤੇ ਆਬਕਾਰੀ ਮਿਨਿਸਟਰੀ ਹੈ ਮਨੀਸ਼ ਸਿਸੋਦੀਆ ਕੋਲੇ। ਪਿੱਛੇ ਇਹਨਾਂ ਨੇ ਇਹਦੇ ਵਿੱਚ ਬਦਲਾਅ ਕੀਤਾ ਸੀ ਪਰ ਬਾਅਦ ਦੇ ਵਿੱਚ ਇਹ ਪੁਰਾਣੀ ਨੀਤੀ ਹੀ ਲਾਗੂ ਕਰ ਦਿੱਤੀ ਗਈ। ਉਹਨੂੰ ਲੈ ਕੇ ਹੁਣ ਮਨੀਸ਼ ਸਿਸੋਦੀਆ ਤੋਂ ਇਲਾਵਾ ਉਹਦੇ ਕਮਿਸ਼ਨਰ ਨੇ ਜਿਨ੍ਹਾਂ ਦਾ ਨਾਂ ਹੈਗਾ ਅਰਬਾ ਗੋਪੀ ਕ੍ਰਿਸ਼ਨਾ ਤੇ ਦੂਜੇ ਇੱਕ ਹੋਰ ਅਧਿਕਾਰੀ ਹੈਗੇ ਨੇ ਆਨੰਦ ਤਿਵਾੜੀ, ਪੰਕਜ ਬਰਨਾਥ, ਸਾਬਕਾ ਸਹਿ ਕਮਿਸ਼ਨਰ ਨੇ ਆਬਕਾਰੀ ਵਿਭਾਗ ਦੇ। ਇਹ ਜਿਹੜੇ ਆਨੰਦ ਤਿਵਾੜੀ ਨੇ ਇਹ IAS ਅਫਸਰ ਨੇ। ਇਹਨਾਂ ਦੇ ਛਾਪੇਮਾਰੀ ਹੈ, ਕਹਿੰਦੇ 7 ਥਾਵਾਂ ਤੇ ਹੋਰ ਵੱਜ ਰਹੀ ਹੈ, ਵੱਖ-ਵੱਖ ਥਾਵਾਂ ਦੇ ਉੱਤੇ ਇਹ ਛਾਪੇਮਾਰੀ ਵੱਜ ਰਹੀ ਹੈ। ਇਸ ਸੰਬੰਧ ਦੇ ਵਿੱਚ ਜਿੱਥੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਇਹ ਗੱਲ ਕਹਿੰਦੇ ਹੈ ਕਿ ਅਸੀਂ ਸਿੱਖਿਆ ਦੇ ਵਿੱਚ ਨੰਬਰ ਮਾਡਲ ਬਣਾਤਾ ਜਿਹਦੇ ਕਰਕੇ ਸਾਡੇ ਤੇ ਇਹ ਮਨੀਸ਼ ਸਿਸੋਦੀਆ ਤੇ ਕਾਰਵਾਈ ਹੋਈ ਹੈ, ਅਸੀਂ ਸਵਾਗਤ ਕਰਦੇ ਹਾਂ, ਸਹਿਯੋਗ ਦੇਵਾਂਗੇ। ਇਸੇ ਮਾਮਲੇ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਕਹਿੰਦੇ ਨੇ ਕਿ ਜਿਹਾ ਜਿਹਾ ਬੀਜੋਗੇ ਉਹ ਜਿਹਾ ਵੱਢੋਗੇ, ਜਿਹੜਾ ਟੋਆ ਦੂਜੇ ਵਾਸਤੇ ਪੱਟੋਗੇ ਉਹੀ ਟੋਆ ਬੰਦਾ ਆਪ ਡਿੱਗ ਪੈਂਦਾ। ਖਹਿਰਾ ਸਾਹਿਬ ਕਹਿੰਦੇ ਆ। ਤੇ ਅਕਾਲੀ ਦਲ ਦੇ ਆਗੂ ਨੇ ਬਿਕਰਮ ਸਿੰਘ ਮਜੀਠੀਆ, ਉਹ ਵੀ ਹਾਲ ਹੀ ਵਿੱਚ ਜੇਲ੍ਹ ਤੋਂ ਬਾਹਰ ਆਏ ਨੇ। ਉਹਨਾਂ ਨੇ ਕਿਹਾ ਕਿ ਜਿਹੜੀ ਇਹ ਜਾਂਚ ਪੜਤਾਲ ਹੋਈ ਹੈ ਤੇ CBI ਨੇ ਹੁਣ ਜਾਂਚ ਸ਼ੁਰੂ ਕੀਤੀ ਹੈ, ਇਹ ਇੱਥੋਂ ਤੱਕ ਨਹੀਂ ਰਹਿਣੀ, ਇਹ ਬਹੁਤ ਦੂਰ ਤੱਕ ਜਾਏਗੀ। ਇਹਦੇ 'ਚੋਂ ਬਹੁਤ ਕੁਝ ਸਾਹਮਣੇ ਆਏਗਾ ਤੇ ਸਾਨੂੰ ਉਮੀਦ ਹੈ ਕਿ ਇਸ ਮਾਮਲੇ ਦੇ ਵਿੱਚ ਕਾਫੀ ਕੁਝ ਬਾਹਰ ਆਉਣ ਦੀ ਸੰਭਾਵਨਾ ਹੈ। ਔਰ ਜਦੋਂ CBI ਨੇ ਜਾਂਚ ਮੁਕੰਮਲ ਕਰ ਲਈ ਉਸ ਤੋਂ ਬਾਅਦ ਪਤਾ ਲੱਗੇਗਾ ਕਿਹਦੀ ਕਿਹੜੀ ਭੂਮਿਕਾ ਹੈ। ਕੇਜਰੀਵਾਲ ਸਾਹਿਬ ਸੱਚ ਬੋਲਦੇ ਆ, ਖਹਿਰਾ ਸਾਹਿਬ ਸੱਚ ਬੋਲਦੇ ਆ, ਮਜੀਠੀਆ ਸਾਹਿਬ ਸੱਚ ਬੋਲਦੇ ਆ ਤੇ ਜਾਂ ਸਿਸੋਦੀਆ ਸਾਹਿਬ ਸੱਚ ਬੋਲਦੇ ਨੇ। ਇਹਦਾ ਅਸਲ ਨਿਚੋੜ ਤਾਂ ਉਸ ਵੇਲੇ ਸਾਹਮਣੇ ਆਏਗਾ ਕਿ ਕੌਣ ਕਿੰਨੇ ਕੁ ਪਾਣੀ 'ਚ ਹੈ। ਜੀ ਭੰਗੂ ਸਾਹਿਬ ਜੀ, ਇਸ ਤੋਂ ਇਲਾਵਾ ਗੱਲ ਕੀਤੀ ਹੈ ਸ਼ਰਾਬ ਦੀ ਨੀਤੀ, ਤਾਂ ਕਿਹਾ ਜਾ ਰਿਹਾ ਕਿ ਦਿੱਲੀ ਦੇ ਆਧਾਰ 'ਤੇ ਹੀ ਜਿਹੜੀ ਪੰਜਾਬ ਦੇ ਵਿੱਚ ਵੀ ਸ਼ਰਾਬ ਦੀ ਨੀਤੀ ਜਿਹੜੀ ਢਿੱਲੋਂ ਸਾਹਿਬ ਕਹਿੰਦੇ ਲਾਗੂ ਕੀਤੀ ਗਈ ਸੀ। ਇਹੋ ਗੱਲ ਕਹਿੰਦੇ ਨੇ। ਇਸ ਤੋਂ ਪਹਿਲਾਂ ਮੈਂ ਇੱਕ ਗੱਲ ਥੋੜ੍ਹੀ ਜਿਹੀ ਰਹੇਗੀ, ਵੱਖ-ਵੱਖ ਆਗੂ ਜਿਹੜੇ ਆਪ ਨੂੰ ਛੱਡ ਕੇ ਵਿਰੋਧੀ ਪਾਰਟੀਆਂ ਦੇ ਨੇ, ਉਹ ਕਹਿੰਦੇ ਦਿੱਲੀ ਵਾਲਿਆਂ ਨੇ ਵੀ, ਜਿਵੇਂ ਪੰਜਾਬ ਦੇ ਇੱਕ ਵੱਡਾ ਸ਼ਰਾਬ ਕਾਰੋਬਾਰੀ ਉੱਥੇ ਕੰਮ ਕਰਦਾ ਹੈ, ਕਿ ਕਾਰਪੋਰੇਸ਼ਨ ਨੂੰ ਹੁਣ ਤੱਕ ਭਗਵੰਤ ਮਾਨ ਕਾਰਪੋਰੇਸ਼ਨ ਦੀ ਹਮਾਇਤ ਕਰਦੇ ਸੀ ਕਿ ਕਾਰਪੋਰੇਸ਼ਨ ਦਿੱਲੀ ਦੇ ਵਿੱਚ ਕੋਈ ਹੇਰਾਫੇਰੀ ਨਹੀਂ ਹੁੰਦੀ ਤੇ ਵੱਡੇ ਕਾਰੋਬਾਰੀਆਂ ਨੂੰ ਫਾਇਦਾ ਦੇਣ ਵਾਸਤੇ ਇਹ ਨੀਤੀ 'ਚ ਤਬਦੀਲੀ ਕੀਤੀ ਗਈ ਸੀ। ਤੇ ਪੰਜਾਬ ਵਾਲੇ ਕਹਿੰਦੇ ਆ ਕਿ ਅਸੀਂ ਦੇਖੋ ਜੇ ਨੀਤੀ ਵਿੱਚ ਤਬਦੀਲੀ ਕੀਤੀ ਹੈ ਪੰਜਾਬ ਦੀ ਵਿੱਚ ਤਾਂ 9600 ਕਰੋੜ ਰੁਪਏ ਦੀ ਮਾਲੀਆ ਸਾਨੂੰ ਮਿਲੇਗਾ। ਦੂਜੇ ਪਾਸੇ ਪੰਜਾਬ ਦੇ ਕੁਝ ਕਾਰੋਬਾਰੀ ਇਹ ਮਾਮਲੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ 'ਚ ਵੀ ਚਲੇ ਗਏ ਨੇ, ਜਿਹਦੀ ਜੂਨ ਦੇ ਵਿੱਚ ਪ੍ਰਵਾਨਗੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੀ ਗਈ ਸੀ, ਜਿਹਦੇ ਤਹਿਤ 9647 ਕਰੋੜ 85 ਲੱਖ ਰੁਪਈਆ ਕਹਿੰਦੇ ਸਾਡੇ ਕੋਲ ਆਉਣਾ ਹੈ ਤੇ ਪਿਛਲੇ ਸਾਲ ਨਾਲੋਂ ਇਹ 40% ਆਮਦਨ ਜ਼ਿਆਦਾ ਹੈ। ਜੀ, ਇਸ ਦੇ ਨਾਲ ਇੱਕ ਗੱਲ ਕੀਤੀ ਹੈ ਵਜ਼ੀਰਾ 'ਚ ਲੱਗੀ ਸ਼ਰਾਬ ਦੀ ਫੈਕਟਰੀ ਦਾ, ਉਸ ਨੂੰ ਬੰਦ ਕਰਵਾਉਣ ਦੇ ਲਈ ਲਗਾਤਾਰ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਉੱਤੇ ਅੱਜ ਰਾਜ ਸਭਾ ਮੈਂਬਰ ਜਿਹੜੇ ਸੰਤ ਸੀਚੇਵਾਲ ਪਹੁੰਚੇ ਨੇ। ਇਹ ਮਾਮਲਾ ਬਹੁਤ ਗੰਭੀਰਤਾ ਵਾਲਾ ਹੈ ਜੀ। ਸੰਤ ਬਲਬੀਰ ਸਿੰਘ ਸੀਚੇਵਾਲ ਤਾਂ ਇਸ ਪਾਸੇ ਵੱਲ ਕੰਮ ਕਰਦੇ ਆ ਤੇ 5 ਮਹੀਨਿਆਂ ਦੇ ਵਿੱਚ ਜਿਹੜੇ ਕਹਿੰਦੇ ਸੀ ਅਸੀਂ ਬਦਲਾਅ ਲਿਆਉਣਾ ਹੈ, ਇਹਨਾਂ ਨੇ ਕਾਰਵਾਈ ਹੁਣ ਤੱਕ ਕਿਉਂ ਨਾ ਕੀਤੀ। ਉਹਨਾਂ ਲੋਕਾਂ ਨੂੰ ਧਰਨਾ ਲਾਉਣਾ ਪਿਆ, ਭਾਵੇਂ ਮਨੀਸ਼ ਸਿਸੋਦੀਆ ਸੀ, ਭਗਵੰਤ ਸਿੰਘ ਮਾਨ ਸੀ ਜਾਂ ਅਰਵਿੰਦ ਕੇਜਰੀਵਾਲ। ਇਹ ਪੰਜਾਬ ਦੇ ਵਿੱਚ ਆ ਕੇ ਭਾਸ਼ਣ ਦਿੰਦੇ ਸਨ ਕਿ ਸਾਡੀ ਸਰਕਾਰ ਦੇ ਵਿੱਚ ਕੋਈ ਧਰਨਾ ਮੁਜ਼ਾਹਰਾ ਨਹੀਂ ਹੋਵੇਗਾ। ਚਲੋ ਮੁਲਾਜ਼ਮਾਂ ਦੇ ਧਰਨੇ ਤਾਂ ਆਪਾਂ ਵੱਖਰੇ ਕਰ ਲਈਏ,
ਇਹ ਜੀਰੇ ਦੇ ਕੋਲ ਪਿੰਡ ਦਾ ਨਾਂ ਹੈ ਜੀ ਮਨਸੂਰਵਾਲ ਕਲਾਂ, ਤੇ ਫੈਕਟਰੀ ਹੈਗੀ ਹੈ ਮਾਲ ਬਰੋਸ। ਕਹਿੰਦੇ ਅਣਸੋਧਿਆ ਗੰਦਾ ਪਾਣੀ ਲਗਾਤਾਰ ਧਰਤੀ ਦੇ ਵਿੱਚ ਅਣਸੋਧਿਆ ਪਾਇਆ ਜਾ ਰਿਹਾ ਹੈਗਾ, ਜਿਸ ਕਰਕੇ ਉਸ ਏਰੀਏ ਦੇ ਵਿੱਚ ਕਾਲਾ ਪੀਲੀਆ ਤੇ ਕੈਂਸਰ ਨੇ ਪੈਰ ਪਸਾਰ ਲਏ ਨੇ। ਇਹ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹਕੂਮਤਾਂ ਕੀਤੀਆਂ, ਇਹਨਾਂ ਦੇ ਅੱਖਾਂ ਦੇ ਉੱਤੇ ਝੂਠ ਦੀ ਪੱਟੀ ਬੰਨੀ ਵੀ ਸੀ, ਇਹਨਾਂ ਦੇ ਕੰਨਾਂ ਦੇ ਵਿੱਚ ਸਿਰਫ ਬੋਲੇ ਸੀ, ਕੋਈ ਆਵਾਜ਼ ਸੁਣਾਈਓ ਨਹੀਂ ਦਿੰਦੀ ਸੀ। ਉੱਪਰ ਖੜ ਖੜ ਕੇ ਸਟੇਜਾਂ ਤੇ ਇਹ ਥਾਪੀਆਂ ਮਾਰਦੇ ਆ ਇੱਕ ਦੂਜੇ ਨੂੰ, ਤੇ ਜਦੋਂ ਸੱਤਾ 'ਚ ਆ ਜਾਂਦੇ ਨੇ ਹਿੱਸਾ ਪੱਤੀ ਇਹਨਾਂ ਦੀ ਹੋ ਜਾਂਦੀ ਹੈ, ਤੇ ਫਿਰ ਕਰੀ ਚੱਲ ਤੂੰ। ਜਾਂ ਲੋਕ ਅਕਸਰ ਪੰਜਾਬ ਦੇ ਵਿੱਚ ਕਹਿੰਦੇ ਆ ਕਿ ਜਦੋਂ ਥਾਣੇਦਾਰ ਬਦਲ ਜਾਵੇ ਉਹ ਵਾਹਵਾ ਸਖਤੀ ਜੀ ਕਰਦਾ ਅਨੁਸਾਰ, ਤੇ ਲੋਕ ਉੱਤੇ ਤੰਜ ਕੱਸਦੇ ਆ। ਉਹ ਕਹਿੰਦੇ ਸਖਤੀ ਨਹੀਂ ਕਰਦਾ, ਉਹ ਕਹਿੰਦਾ ਵੀ ਜਿਹੜੇ ਪੁਰਾਣੇ ਸਮਝੌਤੇ ਹੋਏ ਵੇ ਨੇ ਉਹਨਾਂ ਨੂੰ ਨਵੇਂ ਸਿਰੇ ਤੋਂ ਕਰ ਲਈਏ। ਪੁਰਾਣਾ ਥਾਣੇਦਾਰ ਤਾਂ ਚਲਿਆ ਗਿਆ, ਨਵੇਂ ਦੇ ਸਮਝੌਤੇ ਨਵੇਂ ਮੁਤਾਬਕ ਹੋਣਗੇ। ਸੋ ਇਸ ਮਾਮਲੇ ਦੇ ਵਿੱਚ ਕਾਫੀ ਕੁਝ ਜਿਹੜਾ ਹੈਗਾ ਬਹੁਤ ਗੰਭੀਰਤਾ ਵਾਲਾ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਬਹੁਤ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਉੱਥੇ ਗਏ ਨੇ, ਤੇ ਸਾਡੇ ਜਿਹੜਾ ਚਿੱਟਾ ਹਾਥੀ ਬੰਨਿਆ ਵਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਇਹਦੇ ਅਧਿਕਾਰੀਆਂ ਨੇ ਸਿਰਫ ਮਾਇਆ ਹੀ ਇਕੱਠੀ ਕਰਨੀ ਹੈ। ਇੱਥੇ ਜਿਹੜੀਆਂ ਫੈਕਟਰੀਆਂ ਵਾਲੇ ਧਰਤੀ 'ਚ ਪਾਣੀ ਪਾਉਂਦੇ ਆ, ਉਹਨਾਂ ਨੂੰ ਇਹ ਰਾਜਨੀਤਿਕ ਲੋਕ ਵੱਡੇ ਵੱਡੇ ਅਹੁਦੇ ਪ੍ਰਦਾਨ ਕਰਦੇ ਆ। ਹੜ੍ਹ ਇੱਥੇ ਆਈ ਜਾਂਦੇ ਨੇ, ਜਲ ਨਿਕਾਸੀਆਂ 'ਚ ਇਹਨਾਂ ਦਾ ਪਾਣੀ ਜਾਂਦਾ ਜਾਂ ਧਰਤੀ ਹੇਠਾਂ ਸੁੱਟੀ ਜਾਂਦੇ ਨੇ। ਇਹ ਆਪਣੇ ਆਪ ਦੇ ਵਿੱਚ ਮਾਮਲਾ ਤਾਂ ਬਹੁਤ ਖਤਰਨਾਕ ਹੈ। ਸੋ ਸਾਨੂੰ ਇਹਨੂੰ ਸੋਚਣਾ ਚਾਹੀਦਾ ਹੈ। ਅੱਜ ਜੇ ਉਹਨਾਂ ਲੋਕਾਂ ਨੇ ਉੱਥੇ ਧਰਨਾ ਦਿੱਤਾ ਹੈ, ਉਹ ਅੱਕ ਕੇ ਦਿੱਤਾ ਹੈ ਕਿ ਉੱਥੇ ਕੈਂਸਰ ਤੇ ਕਾਲਾ ਪੀਲੀਆ ਬਹੁਤ ਵੱਡੀ ਪੱਧਰ ਤੇ ਫੈਲ ਗਿਆ ਹੈ, ਤੇ ਜਿਹੜੇ ਬਾਕੀ ਛੱਡੋ ਪਿਛਲਿਆਂ ਨੂੰ, ਆ ਜਿਹੜੇ ਹੁਣ ਜਿੱਤ ਕੇ ਉੱਥੋਂ ਆਏ ਨੇ, ਕਿ ਇਹਨਾਂ ਨੇ ਇਸ ਪਾਸੇ ਵੱਲ ਕਦਮ ਚੱਕਿਆ। ਜੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਮੈਂਬਰਾਂ ਨੂੰ ਲੈ ਕੇ ਸੀਚੇਵਾਲ ਸਾਹਿਬ ਜਾ ਰਹੇ ਨੇ, ਤਾਂ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਬੰਦੇ, ਉੱਥੋਂ ਦੇ ਇਲਾਕੇ ਦੀ ਪੁਲਿਸ, ਉੱਥੋਂ ਦਾ ਡਿਪਟੀ ਕਮਿਸ਼ਨਰ, ਐਸਡੀਐਮ, ਇਹ ਸਿਰਫ ਠੰਡੇ ਕਮਰਿਆਂ ਦੇ ਵਿੱਚ ਠੰਡੀਆਂ ਹਵਾਵਾਂ ਖਾਣ ਜੋਗੇ ਹੀ ਨੇ। ਇਹਨਾਂ ਨੂੰ ਥੋੜ੍ਹੀ ਬਹੁਤੀ ਜਿਹੜੀ ਇਹ ਜੰਗਾਲੀ ਹੋਈ ਮਸ਼ੀਨਰੀ ਹੈ, ਮੇਰੇ ਸੂਤਰਾਂ ਦੀ ਜਾਣਕਾਰੀ ਦੇ ਮੁਤਾਬਕ ਹੈ ਕਿ ਇਹਨਾਂ ਦੇ ਅਤੇ ਇਹ ਲਾਲ ਫੀਤਾ ਸ਼ਾਹਾਂ ਦਾ ਅੰਕੜਾ 36 ਦਾ ਬਣ ਚੁੱਕਿਆ, ਸਹੀ ਨਹੀਂ ਚੱਲ ਰਿਹਾ, ਜਿਹੜਾ ਅਗਲੇ ਦਿਨਾਂ ਦੇ ਵਿੱਚ ਲੋਕਾਂ ਦੇ ਸਾਹਮਣੇ ਆ ਜਾਵੇਗਾ। ਸੋ ਸਰਕਾਰ ਜੋ ਲੋਕਾਂ ਨਾਲ ਵਾਅਦੇ ਕਰਕੇ ਆਈ ਹੈ, ਉਹਨੂੰ ਉਸ ਪਾਸੇ ਵੱਲ ਸਖਤੀ ਵਰਤਣੀ ਚਾਹੀਦੀ ਹੈ। ਇਹ ਤਾਂ ਇੱਕ ਮਨਸੂਰਵਾਲ ਕਲਾਂ ਦਾ ਨਾਂ ਹੈ, ਤੇ ਇਸ ਤਰ੍ਹਾਂ ਦੀਆਂ ਹੋਰ ਕਿੰਨੀਆਂ ਫੈਕਟਰੀਆਂ ਇਸ ਤਰ੍ਹਾਂ ਦੀ ਗੰਦਗੀ ਫੈਲਾ ਰਹੀਆਂ ਨੇ ਤੇ ਮਨੁੱਖਤਾ ਦਾ ਘਾਣ ਕਰ ਰਹੀਆਂ ਨੇ, ਉਹਨਾਂ ਦੀ ਵੀ ਪਹਿਚਾਣ ਕਰਨ ਦੀ ਲੋੜ ਹੈ। ਜੀ, ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ, ਕਿਹਾ ਜਾ ਰਿਹਾ ਕਿ ਉਹਨਾਂ ਦੇ ਨਾਂ ਦੇ ਉੱਤੇ ਜਿਹੜੀ ਨਾਂ ਲੈ ਕੇ ਜਿਹੜੀ ਉਹ ਠੱਗੀ ਮਾਰੀ ਜਾ ਰਹੀ ਹੈ, ਜਿਸ ਦੇ ਤਹਿਤ ਉਹਨਾਂ ਨੇ ਐਸਐਸਪੀ ਨੂੰ ਜਿਹੜੀ ਸ਼ਿਕਾਇਤ ਦਰਜ ਕਰਵਾਈ। ਉਹਨਾਂ ਨੇ ਆਪਣੀ ਵੀ ਕਰਾਈ ਹੈ ਤੇ ਆਪਣੇ ਭਰਾ ਦੇ ਨਾਂ ਉੱਤੇ ਵੀ ਕਰਾਈ ਹੈ ਕਿ ਉਹਨਾਂ ਦਾ ਨਾਂ ਵਰਤਿਆ ਜਾ ਰਿਹਾ ਹੈ, ਤੇ ਸੰਬੰਧਿਤ ਪੁਲਿਸ ਨੂੰ ਉਸ ਮਾਮਲੇ ਦੀ ਤਹਿ ਤੱਕ ਜਾ ਕੇ ਜਿਹੜਾ ਵੀ ਦੋਸ਼ੀ ਪਾਇਆ ਜਾ ਰਿਹਾ ਹੈ, ਉਹਨੂੰ ਫਿਰ ਫੜ ਕੇ ਸਾਹਮਣੇ ਲਿਆਉਣਾ ਚਾਹੀਦਾ। ਜੀ, ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਸੰਜੇ ਪੋਪਲੀ ਦਾ, ਉਸ ਦੇ ਮਾਮਲੇ ਦੇ ਵਿੱਚ ਜਿਹੜੀ ਅਦਾਲਤ ਦੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ 55 ਗਵਾਹ ਨੇ ਜਿਹੜੇ ਉਹ ਵਿਜੀਲੈਂਸ ਵੱਲੋਂ ਤਿਆਰ ਕੀਤੇ। ਦੇਖੋ, ਸੰਜੇ ਪੋਪਲੀ ਪੀਸੀਐਸ ਤੋਂ ਆਈਏਐਸ ਬਣਿਆ ਸੀ ਤੇ ਸ਼ੁਰੂ ਚੋਂ ਹੀ ਚਰਚਾ 'ਚ ਰਿਹਾ। ਉਹ ਕਿਹਾ ਨਾ ਗੁਰਦਾਸ ਮਾਨ ਨੇ ਕਿ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ। ਜੀ, ਮੁੰਡਾ ਵੀ ਗਵਾ ਲਿਆ ਤੇ ਆਪ ਵੀ ਸ਼ਲਾਖਾਂ ਦੇ ਪਿੱਛੇ ਬੈਠਾ। 55 ਗਵਾਹ ਨੇ, 20 ਪੰਨਿਆਂ ਦੀ ਇਹ ਦੋਸ਼ ਪੱਤਰ ਆ ਜਿਹੜਾ ਚੌਕਸੀ ਪੁਲਿਸ ਨੇ ਅਦਾਲਤ ਦੇ ਵਿੱਚ ਦਾਇਰ ਕਰਤਾ। ਕਰਨਾਲ ਦੇ ਇੱਕ ਠੇਕੇਦਾਰ ਨੇ
ਕਰਪਸ਼ਨ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਭਾਵ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਦਿੱਤੀ ਸੀ ਕਿ 3.5 ਲੱਖ ਦੀ ਮੰਗ ਕੀਤੀ ਜਾ ਰਹੀ ਹੈ। ਤੇ ਜਦੋਂ ਇਸ ਸੰਜੇ ਪੋਪਲੀ ਸਾਹਿਬ ਦੀ ਜਾਂਚ ਹੋਈ ਤਾਂ 9 ਤਾਂ ਭੰਗੂ ਉਥੋਂ ਇੱਟਾਂ ਮਿਲੀਆਂ ਨੇ ਸੋਨੇ ਦੀਆਂ, 9 49 ਸੋਨੇ ਦੇ ਬਿਸਕਟ ਜੀ, 12 ਸੋਨੇ ਦੇ ਸਿੱਕੇ, 3 ਚਾਂਦੀ ਦੀਆਂ ਇੱਟਾਂ, 4 ਐਪਲ ਦੇ ਫੋਨ ਤੇ ਹੋਰ ਬਹੁਤ ਕੁਛ। ਜੀ, ਤੇ ਇਹੋ ਜਿਹੇ ਭੱਦਰ ਪੁਰਸ਼ ਜੇ ਪਿਛਲੇ ਸਰਕਾਰਾਂ ਦੇ ਵਿੱਚ ਵੀ, ਉਦੋਂ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਐਡੀ ਵੱਡੀ ਪੱਧਰ ਤੇ ਸਜੇ ਹੋਏ ਸਨ, ਤਾਂ ਉਹਨਾਂ ਨੇ ਇਹ ਹੈ ਕਿ ਪੰਜਾਬ ਦਾ ਸਰਮਾਇਆ ਗਿਆ ਕਿੱਧਰ। ਇਹੋ ਜਿਹੇ ਪੋਪਲੀ ਸੰਭੀ ਬੈਠੇ ਸਨ। ਜੇ ਇਹਨਾਂ ਨੂੰ ਹੁਣ ਘੇਰੇ 'ਚ ਲਿਆ, ਸਰਕਾਰ ਦਾ ਚੰਗਾ ਕਦਮ ਹੈ। ਜੀ, ਜੇਕਰ ਗੱਲ ਕੀਤੀ ਜਾਵੇ ਰਾਜਸਥਾਨ ਦੇ ਨੈਸ਼ਨਲ ਹਾਈਵੇ ਦੀ, ਤਾਂ ਉੱਥੇ ਕਿਸਾਨਾਂ ਵੱਲੋਂ ਜਿਹੜਾ ਕਾਫੀ ਦਿਨਾਂ ਤੋਂ ਜਿਹੜਾ ਧਰਨਾ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਜੀ। ਇਹ ਗੁੰਮ ਜਾਲ ਪਿੰਡ ਹੈ ਅਬੋਹਰ ਦਾ ਜੀ। ਉਹਨਾਂ ਨੇ ਕੋਈ ਮੁਆਵਜ਼ੇ ਦੇ ਮਾਮਲੇ ਨੂੰ ਲੈ ਕੇ ਧਰਨਾ ਦਿੱਤਾ ਹੋਇਆ ਸੀ। ਉਹ ਮੁਆਵਜ਼ਾ ਮੇਰਾ ਖਿਆਲ ਉਹੀ ਹੈ ਜਿਹੜਾ ਪਾਣੀ ਨਾਲ ਉੱਥੇ ਫਸਲਾਂ ਤਬਾਹ ਹੋ ਗਈਆਂ ਸੀ। ਜੀ, ਭੰਗੂ ਸਾਹਿਬ ਉੱਥੋਂ ਦਾ ਡੀਸੀ, ਐਸਡੀਐਮ, ਹੋਰ ਅਧਿਕਾਰੀ ਇਹ ਚੁੱਪ ਕਿਉਂ ਕਰੇ ਬੈਠੇ ਨੇ? ਤੁਸੀਂ ਉਦੋਂ ਮੁਆਵਜ਼ਾ ਦਿੰਦੇ ਹੋ ਜਦੋਂ ਸਾਰਾ ਕੁਝ ਬੀਤ ਚੁੱਕਿਆ ਹੁੰਦਾ, ਇਹ ਤੁਰੰਤ ਕਿਉਂ ਨਹੀਂ ਹੁੰਦਾ? ਨੁਕਸਾਨ ਤਾਂ ਕਿਸਾਨ ਦਾ ਅੱਜ ਹੋ ਗਿਆ, ਤੁਹਾਡਾ ਮੁਆਵਜ਼ਾ 6 ਮਹੀਨੇ ਨੂੰ ਆਊਗਾ। ਸਰਕਾਰ ਜੀ ਮੁਕਤਖੋਰੀਆਂ ਛੱਡੋ, ਮੁਕਤਖੋਰੀਆਂ ਦੀ ਥਾਂ ਤੇ ਜਿਹੜੀਆਂ ਲੋਕਾਂ ਦੀਆਂ ਨਬਜ਼ਾਂ ਨੇ ਉਹਨਾਂ ਨੂੰ ਪਛਾਣੋ। ਸੋ ਭੰਗੂ ਸਾਹਿਬ ਜੀ, ਇਹ ਜਿਹੜਾ ਪਿੰਡ ਹੈ, ਉਹਨਾਂ ਨੇ ਅੱਜ ਸਾਰੇ ਲੋਕਾਂ ਨੇ ਨੰਗੇ ਧੜ ਜੀ ਪ੍ਰਦਰਸ਼ਨ ਕੀਤਾ ਹੈ। ਸਰਕਾਰ ਨੂੰ, ਜਿਹੜੀ ਸਰਕਾਰ ਕਹਿੰਦੀ ਸੀ ਕਿ ਸਾਡੇ ਰਾਜ ਤਾਂ ਕਦੇ ਧਰਨੇ ਲੱਗਣੇ ਹੀ ਨਹੀਂ, ਤੇ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਅੱਜ ਪੈਰ ਪੈਰ ਦੇ ਉੱਤੇ ਇਹਨਾਂ ਦੇ ਵੇਲੇ ਵੀ ਧਰਨੇ ਕਿਉਂ ਲਾਏ ਜਾ ਰਹੇ ਨੇ। ਜਾਂ ਤਾਂ ਇਹ ਲੋਕਾਂ ਨੂੰ ਸਮਝਾਉਣ 'ਚ, ਤੁਹਾਨੂੰ ਯਾਦ ਹੋਵੇਗਾ ਕਿ ਜਦੋਂ 3 ਕਾਨੂੰਨ ਆਏ ਨੇ ਜੂਨ ਦੇ ਵਿੱਚ 20 ਦੇ ਵਿੱਚ, ਜੀ, ਤਾਂ ਉਦੋਂ ਅਕਾਲੀ ਦਲ ਵਾਲਿਆਂ ਨੇ ਕਿਹਾ ਸੀ ਕਿ ਇਹ ਤਾਂ ਲੋਕਾਂ ਨੂੰ ਸਮਝ ਹੀ ਨਹੀਂ ਪਈ। ਵਿੱਚੇ ਬੀਬੀ ਹਰਸਿਮਰਤ ਕੌਰ ਨੇ ਜੀ, ਤੇ ਵਿੱਚੇ ਪ੍ਰਕਾਸ਼ ਸਿੰਘ ਬਾਦਲ ਨੇ ਕਿ ਜੀ ਲੋਕਾਂ ਦੀ ਸਮਝ ਹੀ ਨਹੀਂ ਪਈ। ਮੋਦੀ ਜੀ ਨੇ ਕਾਨੂੰਨ ਤਾਂ ਬੜੇ ਕਮਾਲ ਦੇ ਬਣਾਤੇ, ਤੇ ਫਿਰ ਉਹਨਾਂ ਨੂੰ ਹੀ ਕਹਿਣਾ ਪਿਆ ਇਹ ਤਾਂ ਬੜੇ ਗਲਤ ਨੇ ਜੀ, ਅਸੀਂ ਤਾਂ ਬੜਾ ਵਿਰੋਧ ਕੀਤਾ ਸੀ, ਸਾਨੂੰ ਇਹਨਾਂ ਨੇ ਕਿਹਾ ਸੀ ਕਿ ਕਾਨੂੰਨ ਤਾਂ ਤੁਹਾਡੀ ਰਾਏ ਨਾਲ ਪਾਸ ਕਰਾਂਗੇ, ਤੇ ਜੇ ਬਣਾਈ ਵਧੀਆ ਸੀਗੇ ਜਿਹਦੇ ਤੁਸੀਂ ਸੋਲੇ ਗਏ, ਤੇ ਫਿਰ ਮੁੜ ਕੇ ਇਹ ਪ੍ਰਚਾਰ ਕਰਨ ਲੱਗ ਪਏ। ਉਹ ਜੀ ਸਾਨੂੰ ਕਹਿੰਦੇ ਸੀ ਕਿ ਜਦੋਂ ਕਾਨੂੰਨ ਬਣੇ, ਅਜੇ ਤਾਂ ਆਰਡੀਨੈਂਸ ਨੇ, ਉਦੋਂ ਆਪਾਂ ਰਾਏ ਕਰਕੇ ਬਣਾਵਾਂਗੇ। ਫਿਰ ਉਹਨਾਂ 'ਚ ਗਲਤੀ ਕੀ ਸੀ ਜੇ ਪਹਿਲਾਂ ਉਹ ਸਾਰਾ ਕੁਝ ਚੰਗਾ ਕੀਤਾ ਸੀ? ਸੋ ਸਿਆਸਤਦਾਨ ਜੇ ਸਹੀ ਰੂਪ ਦੇ ਵਿੱਚ ਲੋਕਾਂ ਦੀ ਸੇਵਾ ਤੇ ਆਉਣ ਤਾਂ ਬਹੁਤ ਵੱਡੀ ਗੱਲ ਹੈ, ਪਰ ਸਿਆਸਤਦਾਨਾਂ ਨੇ ਲੋਕਾਂ ਨੂੰ ਛੱਡ ਕੇ ਆਪਣੇ ਘਰਾਂ ਨੂੰ ਭਰਨ ਵੱਧ ਤਰਜੀਹ ਦਿੱਤੀ ਹੈ। ਬਹੁਤ ਗਿਣਤੀ ਲੋਕਾਂ ਨੇ, ਜਿਹਦੇ ਕਰਕੇ ਇਹ ਸਾਰਾ ਸਰਮਾਇਆ ਜਿਹੜਾ ਪੰਜਾਬ ਦੇ ਖਜ਼ਾਨੇ 'ਚ ਜਾਣ ਦੀ ਥਾਂ ਤੇ ਇਹਨਾਂ ਦੀਆਂ ਗਾਗਰਾਂ 'ਚ ਜਾ ਰਿਹਾ ਹੈ। ਜੀ, ਹਾਈ ਕੋਰਟ ਨੇ ਫੈਸਲਾ ਕੀਤਾ ਹੈ ਕਿ ਪਤੀ ਦੇ ਵਿਦੇਸ਼ ਜਾਣ ਤੋਂ ਬਾਅਦ ਜੇਕਰ ਪਤੀ ਵਾਪਸ ਨਹੀਂ ਆਉਂਦਾ ਤਾਂ ਉਸ ਦੀ ਪਤਨੀ ਦਾ ਜਿਹੜੀ ਉਸ ਦੀ ਜਾਇਦਾਦ ਤੇ ਪੂਰਾ ਹੱਕ ਹੋਵੇਗਾ। ਸੋ ਇਹ ਉਹਨਾਂ ਨੇ ਮਾਮਲਾ ਕੀਤਾ ਹੈ ਜੀ ਜ਼ਮਾਨਤ ਦੇ ਮਾਮਲੇ 'ਚ। ਜੀ, ਜਸਟਿਸ ਸੁਵੀਰ ਸਹਿਗਲ ਸਾਹਿਬ ਨੇ ਜੀ, ਇਹ ਗੌਰਵ ਰਹੇਜਾ ਅਬੋਹਰ ਦਾ ਦਾਜ ਮਾਮਲੇ ਦਾ ਕੇਸ ਆ, ਉਹਦੇ ਵਿੱਚ ਕੀਤਾ ਹੈ। ਜੀ, ਉਹ ਕਹਿੰਦੇ ਵੀ ਟ੍ਰਾਇਲ ਕੋਰਟ ਜਿੱਥੇ ਸੁਣਵਾਈ ਹੁੰਦੀ ਹੈ, ਜੇ ਉਹਦੀ ਸੰਤੁਸ਼ਟੀ ਹੋ ਜਾਵੇ ਤਾਂ ਉਹ ਬੰਦਾ ਬਾਹਰ ਜਾ ਸਕਦਾ ਹੈ, ਜੀ, ਉਹ ਆਗਿਆ ਦੇ ਸਕਦੀ ਹੈ। ਪਰ ਜੇ ਵਾਪਸ ਨਹੀਂ ਆਉਂਦਾ ਤਾਂ ਉਹਦੇ ਪਿਓ ਦੀ ਜਾਇਦਾਦ ਵੀ ਅਟੈਚ ਕਰਕੇ ਉਹਦੀ ਪਤਨੀ ਨੂੰ ਦਿੱਤੀ ਜਾ ਸਕਦੀ ਹੈ। ਜੀ, ਇਹ ਉਹਨਾਂ ਦਾ ਫੈਸਲਾ ਹੈਗਾ। ਇਹਦੇ ਵਿੱਚ ਭੰਗੂ ਸਾਹਿਬ ਜੇ ਕੋਈ ਬੰਦਾ ਨਾ ਆਵੇ ਜੀ, ਤਾਂ ਸਭ ਤੋਂ ਪਹਿਲਾਂ ਤਾਂ ਜ਼ਮਾਨਤੀਆ ਅੜਦਾ ਹੈ। ਜੀ, ਜ਼ਮਾਨਤ ਦਾ ਮਤਲਬ ਹੀ ਇਹ ਹੈ ਕਿ ਜੇ ਇਹ ਬੰਦਾ ਪੇਸ਼ ਨਹੀਂ, ਮੈਂ ਇਹਦੀ ਜ਼ਿੰਮੇਵਾਰੀ ਲੈਣਾ ਕਿ ਇਹ ਜਿਸ ਦਿਨ ਵੀ ਅਦਾਲਤ ਦੀ ਪੇਸ਼ੀ ਹੋਵੇਗੀ, ਇਹੀ ਉਹਨਾਂ ਨੇ ਕਿਹਾ ਜੀ, ਕਿ ਜਿੱਦਣ ਜੇ ਉਹ ਇਹ ਯਕੀਨ ਦਿਵਾ ਜਾਵੇ ਕਿ ਮੈਂ ਅਦਾਲਤ ਦੀ ਪੇਸ਼ੀ ਤੇ ਮੁੜ ਆਵਾਂਗਾ, ਜੀ, ਜਾ ਸਕਦਾ। ਜੇ ਨਹੀਂ ਆਉਂਦਾ ਤੇ ਫਿਰ ਉਹਦੇ ਉਹ ਜਾਇਦਾਦ ਆ ਜਿਹੜੀ ਉਹ ਪਤਨੀ ਦੇ ਨਾਂ ਤੇ ਕੀਤੀ ਜਾ ਸਕਦੀ ਹੈ। ਜੀ,
ਇਸ ਦੇ ਨਾਲ ਇੱਕ ਗੱਲ ਕੀਤੀ ਲੁਧਿਆਣਾ ਜੇਲ੍ਹ ਦੇ ਵਿੱਚ ਕੈਦੀ ਵੱਲੋਂ ਜਿਹੜੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਕਹਿੰਦੇ ਆ ਕਿ ਉੱਥੇ ਕੈਦੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ, ਡਾਕਟਰਾਂ ਕੋਲੇ ਲੈ ਕੇ ਗਏ ਜੇਲ੍ਹ ਦੇ ਵਿੱਚ ਤੇ ਕਾਫੀ ਹਫੜਾ ਤਪੜੀ ਮੱਚ ਗਈ ਹੈ। ਇਸ ਮਾਮਲੇ ਦੇ ਵਿੱਚ ਲੱਗਦਾ ਹੈ ਕਿ ਇਹਦੀ ਜਾਂਚ ਪੜਤਾਲ ਕੀਤੀ ਜਾਵੇ। ਹਰ ਰੋਜ਼ ਜੇਲ੍ਹਾਂ ਦੇ ਵਿੱਚ ਇਸ ਤਰ੍ਹਾਂ ਦੇ ਚੰਦ ਕਿਉਂ ਚੜ੍ਹਦੇ ਨੇ, ਇਹਨਾਂ ਤੋਂ ਬਚਣ ਦੀ ਲੋੜ ਹੈ ਜੀ। ਜੇਕਰ ਗੱਲ ਕੀਤੀ ਜਾਵੇ ਪਟਿਆਲਾ ਦੇ ਵਿੱਚ ਕਿਹਾ ਜਾ ਰਿਹਾ ਕਿ ਕਣਕ ਦੇ ਵਿੱਚ ਜਿਹੜਾ ਵੱਡਾ ਘਪਲਾ ਕੀਤਾ ਗਿਆ, ਜਿਸ ਤੋਂ ਬਾਅਦ ਮੁਜਰਮ ਆ ਜਿਹੜਾ ਉਹ ਫਰਾਰ ਹੋ ਗਿਆ ਜੀ ਪਰਿਵਾਰ ਸਮੇਤ ਵਿਦੇਸ਼ਾਂ ਦੇ ਵਿੱਚ। ਇਹ ਗੁਰਿੰਦਰ ਸਿੰਘ ਹੈ ਜਿਹੜਾ ਇੰਚਾਰਜ ਸੀਗਾ ਇਹਨਾਂ ਦਾ ਪਨਸਪ ਦਾ ਜੀ। ਉਹਨਾਂ ਦੇ ਡੀਐਮ ਨੇ ਅਮਿਤ ਕੁਮਾਰ ਉਹਨਾਂ ਵੱਲੋਂ ਕੀਤੀ ਹੈ ਤੇ ਥਾਣਾ ਸਦਰ ਪਟਿਆਲੇ ਦੇ ਵਿੱਚ ਜਿਹੜੀ ਐਫਆਈਆਰ ਕੱਟ ਗਈ ਹੈ ਜੀ। ਐਫਆਈਆਰ ਕੱਟਣ ਤੋਂ ਬਾਅਦ ਇਹ ਮਾਮਲਾ ਹੈਗਾ 2021-22 ਤੱਕ ਦਾ ਜੀ। ਇਸ ਦੇ ਵਿੱਚ ਜਿਹੜੀ ਹੁਣ ਮਾਮਲਾ ਦਰਜ ਹੋ ਗਿਆ। ਪੁਲਿਸ ਇਹਦੀ ਪੂਰੀ ਪੜਤਾਲ ਕਰੇਗੀ ਕਿ ਇਹਦੇ ਵਿੱਚ ਅਸਲ ਦੇ ਵਿੱਚ ਦੋਸ਼ੀ ਹੈ ਕੌਣ ਨੇ ਜੀ। ਜੇਕਰ ਗੱਲ ਕੀਤੀ ਹੈ ਵਾਤਾਵਰਣੀ ਪ੍ਰੇਮੀ ਦੀ, ਤਾਂ ਉਸਨੇ ਚਿੱਟੇ ਦੀ ਪੌੜੀ ਖਰੀਦ ਕੇ ਜਿਹੜੀ ਵਿਧਾਇਕ ਦੇ ਦਫ਼ਤਰ ਦੇ ਵਿੱਚ ਪਹੁੰਚੇ ਨੇ ਜੀ। ਇਹ ਵਿਧਾਇਕ ਸਾਹਿਬ ਹੈਗੇ ਨੇ ਜਿਨ੍ਹਾਂ ਦਾ ਨਾਂ ਆ ਉਹ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਨੇ ਜੀ। ਵਾਤਾਵਰਣ ਪ੍ਰੇਮੀ ਨੇ ਗੁਰਮੀਤ ਸਿੰਘ ਵਾਸੀ ਠੱਠਾ ਝਬਾਲ। ਉਹ ਕਹਿੰਦੇ ਮੈਂ 500 ਰੁਪਏ 'ਚ ਖਰੀਦੀ ਹੈ ਤੇ ਜਿਹੜਾ ਬਾਬਾ ਬੁੱਢਾ ਗੇਟ ਹੈ ਉਹਦੇ ਕੋਲੇ ਸ਼ਰੇਆਮ ਦਵਾ ਇਹ ਲਈ ਜਾ ਸਕਦੀ ਹੈ। ਉਹ ਕਹਿੰਦੇ ਡੀਐਸਪੀ, ਥਾਣੇਦਾਰ, ਐਸਐਸਪੀ ਤੱਕ ਮੈਂ ਸ਼ਿਕਾਇਤ ਦਿੱਤੀ ਹੈ। ਤੇ ਜਦੋਂ ਇਹ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦਫ਼ਤਰ ਦੇ ਵਿੱਚ ਇਹ ਪੁੜੀ ਲੈ ਕੇ ਜਾਂਦੇ ਨੇ ਤਾਂ ਇਹ ਗੱਲ ਕਹਿੰਦੇ ਜਿਹੜੀ ਸਰਕਾਰ ਦਾਅਵਾ ਕਰਦੀ ਹੈ ਕਿ ਅਸੀਂ ਆਹ ਕਰਤਾ ਚਿੱਟੇ ਦਾ, ਆਹ ਕਰਤਾ, ਫਲਾਨਾ ਕਰਤਾ, ਟਿਮਕਾ ਕਰਤਾ, ਤੇ ਜਿਹੜੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਹੈ, ਇਸ ਪੁੜੀ ਨੇ ਵਾਤਾਵਰਣ ਪ੍ਰੇਮੀ ਗੁਰਮੀਤ ਸਿੰਘ ਦੀ ਨੇ ਸੰਤਰੀ ਤੋਂ ਲੈ ਕੇ ਐਸਐਸਪੀ ਤੱਕ ਸਾਰਿਆਂ ਨੂੰ ਕਟਹਿਰੇ 'ਚ ਖੜਾ ਕਰਤਾ ਤੇ ਐਸਐਸਪੀ ਸਾਹਿਬ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਹੈ। ਤੇ ਵਿਧਾਇਕ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦੱਸਣ ਤੇ ਗੌਰਵ ਯਾਦਵ ਸਾਹਿਬ ਨੂੰ ਦੱਸਣ ਕਿ ਆਹ ਕੁਝ ਇੱਥੇ ਵਾਪਰ ਰਿਹਾ ਹੈ। ਮੈਂ ਫੇਰ ਕਹਾਂ ਕਿ ਇਹਨਾਂ ਰਾਜਸੀ ਲੋਕਾਂ ਨੇ ਇਹ ਲੋਕ ਨਸ਼ੇ ਦੇ ਪਿੱਛੇ ਕਿਉਂ ਲੱਗੇ, ਉਸ ਪਾਸੇ ਵੱਲ ਧਿਆਨ ਨਹੀਂ ਦਿੱਤਾ। ਅੱਜ ਫੇਰ ਗੱਲ ਯਾਦ ਕਰੋ ਡਾਕਟਰ ਧਰਮਵੀਰ ਗਾਂਧੀ ਦੀ ਜੀ, ਜਿਹੜੇ ਸਾਡੇ ਸਾਬਕਾ ਮੈਂਬਰ ਪਾਰਲੀਮੈਂਟ ਰਹੇ ਨੇ ਪਟਿਆਲੇ ਤੋਂ। ਉਹਨਾਂ ਨੇ ਇੱਕ ਕੰਮ ਕਿਹਾ ਸੀ ਕਿ ਰਵਾਇਤੀ ਨਸ਼ਾ ਜਿਹੜਾ ਅਫੀਮ ਤੇ ਭੁੱਕੀ, ਇਹਦੇ ਠੇਕੇ ਖੋਲ ਦਿਓ, ਆ ਸਿੰਥੈਟਿਕ ਡਰੱਗ ਵਾਲਾ ਨਸ਼ਾ ਵੈਸੇ ਹੀ ਖਤਮ ਹੋ ਜਾਵੇਗਾ। ਸਾਡੇ ਪੁਰਾਣੇ ਬਜ਼ੁਰਗ ਅਕਸਰ ਮਸ਼ਹੂਰ ਹੁੰਦਾ ਸੀ, ਓਏ ਤੇਰਾ ਦਾਦਾ ਤਾਂ ਜੇਬ ਦੇ ਵਿੱਚ ਫਿਰ ਚਾਂਦੀ ਦੀ ਡੱਬੀ ਰੱਖਦਾ ਹੈ ਜੀ। ਕਿਹਾ ਨਾ ਇੱਕ ਗੀਤ ਮਾਮਾ ਸਦੀਕ ਸਾਹਿਬ ਦੇ, ਕਹਿੰਦਾ ਬਹਿ ਕੇ ਬੋੜ ਦੀ ਛਾਵੇਂ ਸਭ ਨੂੰ ਕੰਡਾ ਕੰਡਾ ਵਰਤਾਵੇਂ, ਰੀਠੇ ਜਿੰਨੀ ਆਪ ਖਾ ਜਾਵੇਂ, ਤੈਨੂੰ ਆਦਤ ਚਿਰਦੀ ਏ, ਘਰ ਵਾਲਾਂ ਦੀ ਪਲਟਨ ਨੰਗ ਧੜੰਗੀ ਫਿਰਦੀ ਏ ਜੀ। ਸੋ ਜੇ ਇਹ ਰਵਾਇਤੀ ਨਸ਼ਿਆਂ ਨੂੰ, ਨਾਲੇ ਤਾਂ ਜਿਹੜਾ 9600 ਕਰੋੜ ਰੁਪਈਆ ਅੱਜ ਸਰਕਾਰ ਨੇ ਮਾਲੀਆ ਸ਼ਰਾਬ ਤੋਂ ਇਕੱਠਾ ਕੀਤਾ, ਜੇ ਇਹ ਵੀ ਓਪਨ ਕਰ ਦਿੱਤਾ ਜਾਵੇ। ਮੈਂ ਨਿੱਜੀ ਤੌਰ ਤੇ ਕਿਸੇ ਨਸ਼ੇ ਦੇ ਹੱਕ 'ਚ ਨਹੀਂ, ਪਰ ਇਹ ਮਾਹਰਾਂ ਦੇ ਵਿੱਚ ਚਰਚਾ ਹੈ। ਉਹਨਾਂ ਨੇ ਤਾਂ ਪਾਰਲੀਮੈਂਟ 'ਚ ਰੱਖਿਆ ਸੀ ਇਹ ਸਵਾਲ ਕਿ ਜੇ ਸਿੰਥੈਟਿਕ ਦੀ ਥਾਂ ਤੇ ਇਹ ਰਵਾਇਤੀ ਜਿਹੜੇ ਸਾਡੇ ਬਹੁਤ ਅਫੀਮ ਹੈ, ਬਹੁਤ ਸਾਰੀਆਂ ਆਯੁਰਵੈਦਿਕ ਦੀਆਂ ਦਵਾਈਆਂ ਦੇ ਵਿੱਚ ਵਰਤੋਂ ਕੀਤੀ ਜਾਂਦੀ ਹੈ, ਜੇ ਇਹਨਾਂ ਦੇ ਠੇਕੇ ਖੋਲ੍ਹ ਦਿੱਤੇ ਜਾਣ ਤੇ ਮੈਂ ਸਮਝਦਾ ਇਦੋਂ ਦੁੱਗਣਾ ਮਾਲੀਆ ਇਹਦੇ ਤੋਂ ਆ ਜੇ, ਨਾਲੇ ਆ ਜਿਹੜਾ ਸਿੰਥੈਟਿਕ ਨਸ਼ਾ ਹੈ ਇਹਦਾ ਖਾਤਮਾ ਆਪਣੇ ਆਪ ਹੋ ਜੇ। ਇਸ ਗੱਲ ਤੇ ਵੀ ਜਾਓ, ਉਹ ਲੋਕ ਬੱਚੇ ਜਿਨ੍ਹਾਂ ਦਾ ਭਵਿੱਖ ਪਤਾ ਨਹੀਂ ਕਿਸ ਕਿਸਮ ਦਾ ਵਿਚਾਰਿਆਂ ਦਾ, ਉਹ ਇਸ ਪਾਸੇ ਵੱਲ ਗਏ ਕਿਉਂ ਨੇ, ਗੈਂਗਸਟਰ ਕਿਉਂ ਬਣੇ ਨੇ, ਬੰਦੂਕਾਂ ਕਿਉਂ ਚੱਕੀਆਂ ਨੇ, ਇਹ ਸਾਰੇ ਤੇ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਉਹਦੇ ਕਾਰਨ ਲੱਭੋ ਕਿ ਇਸ ਪਾਸੇ ਵੱਲ ਕਿਉਂ ਜਾ ਰਹੇ ਨੇ। ਮੈਂ ਫਿਰ ਕਹਿ ਦਿਆਂ, ਅਸੀਂ ਨਿੱਜੀ ਤੌਰ ਤੇ ਕਿਸੇ ਵੀ ਨਸ਼ੇ ਦੇ ਖਿਲਾਫ ਹਾਂ, ਉਹਦੇ ਹੱਕ 'ਚ ਨਹੀਂ, ਪਰ ਸਿੰਥੈਟਿਕਤਾ ਦੇ ਨਾਲੋਂ ਇਹ ਜਿਹੜੇ ਰਵਾਇਤੀ ਨਸ਼ੇ ਨੇ ਉਹ ਫਿਰ ਵੀ ਕਦੇ ਦੇਖਿਆ ਜਿਹਨੇ ਭੁੱਕੀ ਦਾ ਚਮਚਾ ਲਾਇਆ ਤੇ ਰੂੜੀ ਤੇ ਡਿੱਗਿਆ ਪਿਆ ਹੋਵੇ, ਜਾਂ ਜਿਹਦੀ ਕਾਲੀ ਮਾਈ ਖਾ ਕੇ ਅੱਖ ਕਾਇਮ ਹੋਵੇ ਤੇ ਉਹ ਕਿਤੇ ਡਿੱਗਿਆ ਪਿਆ ਹੋਵੇ। ਨਹੀਂ, ਸਾਡੇ ਇਹ ਲੋਕ ਕੰਮ ਕਰਦੇ ਹੁੰਦੇ ਸੀ। ਮੈਨੂੰ ਯਾਦ ਹੈ
ਕਿ ਜਦੋਂ ਸਾਂਝੇ ਕੰਮ ਕਰਨੇ, ਮਿੱਟੀਆਂ ਪਾਉਣੀਆਂ ਸੜਕਾਂ ਤੇ, ਕੱਸੀਆਂ ਪੱਟਣੀਆਂ, ਟੋਭੇ ਪੱਟਣੇ, ਮੰਗ ਪਾਉਣੀ, ਉਦੋਂ ਆਮ ਬਾਟੀ 'ਚ ਪਾਈ ਪਈ ਹੁੰਦੀ ਸੀ ਤੇ ਜਿਹੜਾ ਆਉਂਦਾ ਸੀ ਉਂਗਲ ਲਵੇੜ ਕੇ ਚੱਟ ਕੇ ਚਾਹ ਦਾ ਕੱਪ ਪੀ ਕੇ ਤੇ ਜੈ ਜੈਕਾਰ ਕਰਦਾ ਜਾਂਦਾ ਸੀ ਕਿ ਆਹ ਤਾਂ ਕਮਾਲ ਹੀ ਕਰਤੀ। ਪੁਰਾਣਾ ਸਾਡਾ ਇਹਦੇ ਨਾਲ ਰਵਾਇਤ ਜੁੜੀ ਹੋਈ ਹੈ ਜੀ। ਇਸ ਦੇ ਨਾਲ ਜੇਕਰ ਗੱਲ ਕੀਤੀ ਆਪਾਂ ਪੰਜਾਬ ਦੇ ਵਿੱਚ ਵਾਪਰੀਆਂ ਘਟਨਾਵਾਂ ਨੂੰ ਲੈ ਕੇ, ਪੰਜਾਬ ਦੇ ਵਿੱਚ ਲਗਾਤਾਰ ਗੈਂਗਸਟਰਵਾਦ ਅਤੇ ਜਿਹੜੇ ਕੁਝ ਅੱਤਵਾਦੀਆਂ ਦੇ ਸੰਗਠਨਾਂ ਨਾਲ ਮਿਲੇ ਹੋਏ ਨੌਜਵਾਨ ਨੇ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ, ਜਿਸ ਦੇ ਤਹਿਤ ਬਿੱਟਾ ਦਾ ਕਹਿਣਾ ਹੈ ਕਿ ਇਸ ਦੀ ਜ਼ਿੰਮੇਵਾਰ ਜਿਹੜੇ ਉਹ ਪਾਕਿਸਤਾਨ ਤੇ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਨੇ। ਐਂਟੀ ਇਹਨਾਂ ਦਾ ਹੈਗਾ ਅੱਤਵਾਦ ਵਿਰੋਧੀ ਫਰੰਟ ਜੀ, ਐਂਟੀ ਟੈਰਰਿਸਟ ਫਰੰਟ, ਜੀ। ਉਹਦੇ ਮੁਖੀ ਨੇ ਮਨਿੰਦਰਜੀਤ ਸਿੰਘ ਬਿੱਟਾ, ਬੇਅੰਤ ਸਿੰਘ ਦੀ ਸਰਕਾਰ ਦੇ ਵਿੱਚ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਔਰ ਜਨ ਸਿਹਤ ਮੰਤਰੀ ਹੁੰਦੇ ਸੀ। ਉਦੋਂ ਬਾਅਦ ਕੇਂਦਰ ਵੱਲ ਨੂੰ ਚਾਲੇ ਪਾ ਤੇ ਇਹਨਾਂ ਦਾ ਕਹਿਣਾ ਹੈਗਾ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਹਰਵਿੰਦਰ ਸਿੰਘ ਰਿੰਦਾ ਜਾਂ ਹੋਰ ਬੈਠੇ ਨੇ ਜਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਲੋਕ ਇਸ ਤਰ੍ਹਾਂ ਦੇ ਬੈਠੇ ਨੇ, ਉਹ ਪੰਜਾਬ ਦੇ ਵਿੱਚ ਅੱਤਵਾਦ ਦੀਆਂ ਘਟਨਾਵਾਂ ਨੂੰ ਬੜਾਵਾ ਦੇ ਰਹੇ ਨੇ। ਉਹਨਾਂ ਦੀ ਗੱਲ ਅੱਜ ਉਹਦੇ ਵਿੱਚੋਂ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ ਚਾਚਾ ਭਤੀਜਾ ਦੋ, ਇੱਕ ਦਿਲਬਾਗ ਸਿੰਘ ਇੰਸਪੈਕਟਰ CIA ਅੰਮ੍ਰਿਤਸਰ ਦੀ ਬਲੈਰੋ ਦੇ ਥੱਲੇ ਵਿਸਫੋਟਕ ਸਮੱਗਰੀ ਫਿੱਟ ਕਰਨ ਦੇ ਵਿੱਚ ਆਏ ਸਨ, ਹਰਪਾਲ ਸਿੰਘ ਤੇ ਫਤਿਹਦੀਪ ਸਿੰਘ, ਸਭਰਾ ਪਿੰਡ ਤਰਨਤਾਰਨ ਦਾ, ਉਹਨਾਂ ਨੂੰ ਕਹਿੰਦੇ 4000 ਅਮਰੀਕੀ ਡਾਲਰ, ਤੇ ਜਦੋਂ ਇਹ ਦਿੱਲੀ ਹਵਾਈ ਅੱਡੇ ਤੋਂ ਫੜੇ ਗਏ ਇਹਨਾਂ ਕੋਲੋਂ 2.5 ਲੱਖ ਰੁਪਏ ਦੀ ਰਾਸ਼ੀ ਵੀ ਬਰਾਮਦ ਹੋਈ ਹੈ ਔਰ ਇਹਨਾਂ ਨੇ ਮਾਲਦੀਵ ਦੀਆਂ ਟਿਕਟਾਂ ਇਹਨਾਂ ਦੀ ਜੇਬ ਚੋਂ ਨਿਕਲੀਆਂ ਨੇ। ਥੋੜ੍ਹਾ ਜਿਹਾ ਫਰਕ ਰਹਿ ਗਿਆ, ਨਹੀਂ ਤਾਂ ਆਓ ਗਿਆ ਇਹਨਾਂ ਨੇ ਲੰਘ ਜਾਣਾ ਸੀ। ਸਾਡੀ ਪੁਲਿਸ ਨੇ ਸਮੇਂ ਸਿਰ ਕਾਰਵਾਈ ਕਰਕੇ ਇਹਨਾਂ ਨੂੰ ਫੜ ਲਿਆ। ਇਹਨਾਂ ਦੇ ਕੋਲੋਂ ਇਸ ਕਿਸਮ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਜੀ, ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਮੁਹੱਲਾ ਕਲੀਨਿੰਗ ਖੋਲ੍ਹੇ ਗਏ ਨੇ, ਜਿਸ ਦੇ ਤਹਿਤ ਕਈ ਥਾਵਾਂ 'ਤੇ ਜਿਹੜੇ ਇਸ਼ਤਿਹਾਰ ਵੀ ਲਗਾਏ ਗਏ ਨੇ ਅਤੇ ਉਸ ਦੀ ਜਿਹੜੀ ਆ ਬ੍ਰਾਂਡਿੰਗ ਕੀਤੀ ਹੈ, ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਇਸ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ। ਦੇਖੋ, ਕਾਂਗਰਸੀ ਆਗੂ ਸਵਾਲ ਤਾਂ ਖੜੇ ਕਰ ਰਹੇ ਨੇ, ਅਜੇ ਸ਼ੁਰੂਆਤ ਹੈ ਜੀ। ਕਿਸੇ ਚੀਜ਼ ਨੂੰ ਪਹਿਲੇ ਦਿਨ ਸ਼ੁਰੂਆਤ ਕੀਤਾ ਜਾਵੇ ਉਹਦੇ ਵਿੱਚ ਘਾਟਾਂ ਵੀ ਹੁੰਦੀਆਂ ਨੇ, ਕਮੀਆਂ ਵੀ ਹੁੰਦੀਆਂ ਨੇ। ਸੋ ਮੇਰੀ ਕਹਿਣ ਦਾ ਮਤਲਬ ਹੈ ਕਿ ਅਜੇ ਇਹਨੂੰ ਚੱਲਣ ਦੀਏ। ਜੇ ਹੁਣ ਸਰਕਾਰ ਨੇ ਸ਼ੁਰੂ ਕਰ ਹੀ ਦਿੱਤੇ ਨੇ, ਉਹ ਕਹਿੰਦੇ ਨਾ ਤਾਂ ਟੈਸਟਾਂ ਦਾ ਸਮਾਨ ਹੈ, ਰੂਪਨਗਰ ਦੇ ਵਿੱਚ ਇੱਕ ਡਾਕਟਰ ਹਰਸਿਮਰਨ ਹੈ ਔਰ ਰਜਾਈ ਨਹੀਂ ਕਰ ਗਿਆ ਜੀ। ਹੋਰ ਕਈ ਕਿਸਮ ਦੀਆਂ ਸਮੱਸਿਆਵਾਂ ਆ ਰਹੀਆਂ ਨੇ। ਮੇਰਾ ਖਿਆਲ ਹੈ ਕਿ ਸਰਕਾਰ ਨੂੰ ਵੀ ਕੋਈ ਕੰਮ ਕਾਹਲੀ 'ਚ ਨਹੀਂ ਕਰਨਾ ਚਾਹੀਦਾ, ਉਹਦੀ ਪੂਰੀ ਤਹਿ ਵਿੱਚ ਜਾ ਕੇ ਫਿਰ ਉਹਦੇ 'ਤੇ ਕੋਈ ਨਾ ਕੋਈ ਕਦਮ ਚੁੱਕਣ ਦੀ ਜ਼ਰੂਰਤ ਪੈਂਦੀ ਹੈ। ਜੀ, ਜੇਕਰ ਗੱਲ ਕੀਤੀ ਜਾਵੇ ਖੇਤੀਬਾੜੀ ਯੂਨੀਵਰਸਿਟੀ, ਤਾਂ ਖੇਤੀਬਾੜੀ ਯੂਨੀਵਰਸਿਟੀ ਨੂੰ ਹੁਣ ਨਵਾਂ BC ਜਿਹੜਾ ਉਹ ਮਿਲਿਆ ਜੀ। ਡਾਕਟਰ SS ਗੋਸਲ ਜੀ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਉਪ ਕੁਲਪਤੀ ਬਣਾ ਦਿੱਤਾ ਗਿਆ। ਡਾਕਟਰ ਗੋਸਲ ਕਹਿੰਦੇ ਕਾਫੀ ਤਜਰਬੇਕਾਰ ਸ਼ਖਸੀਅਤ ਨੇ। ਇਸ ਤੋਂ ਪਹਿਲਾਂ ਉਹ ਵਧੀਕ ਡਾਇਰੈਕਟਰ ਤੇ ਬਾਅਦ ਦੇ ਵਿੱਚ ਡਾਇਰੈਕਟਰ ਖੋਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਹੀ ਰਹੇ ਨੇ। ਡਾਕਟਰ BS ਢਿੱਲੋਂ ਦੇ ਜਾਣ ਤੋਂ ਬਾਅਦ ਇਹ ਅਹੁਦਾ ਕਾਫੀ ਚਿਰ ਤੋਂ ਖਾਲੀ ਪਿਆ ਸੀ। ਪਿਛਲੀ ਸਰਕਾਰ ਨੇ ਵੀ ਨਹੀਂ ਭਰਿਆ, 5 ਮਹੀਨੇ ਇਹਨਾਂ ਦੇ ਲੰਘੇ ਤੇ ਜਦੋਂ ਮੀਡੀਆ ਦੇ ਵਿੱਚ ਖਾਸ ਕਰ D5 ਨੇ ਇਹਨੂੰ ਬੜੀ ਪ੍ਰਮੁੱਖਤਾ ਦੇ ਨਾਲ ਕਈ ਵਾਰ ਚੁੱਕਿਆ, ਉਸ ਤੋਂ ਬਾਅਦ ਸਰਕਾਰ ਦੀ ਨੀਂਦ ਖੁੱਲੀ ਤੇ ਹੁਣ ਉਹਨਾਂ ਨੇ ਡਾਕਟਰ SS ਗੋਸਲ ਨੂੰ ਨਵਾਂ ਵਾਈਸ ਚਾਂਸਲਰ ਲਗਾ ਦਿੱਤਾ ਗਿਆ। ਜੀ, ਧੰਨਵਾਦ ਜੀ। ਇਹ ਸਨ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ, ਉਹਨਾਂ ਨੇ ਵੱਖੋ ਵੱਖਰੇ ਮੁੱਦਿਆਂ 'ਤੇ ਚਰਚਾ ਕੀਤੀ। ਜਲਦ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ। ਧੰਨਵਾਦ।